ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਆਪ ਜੀ ਸਾਰੇ ਠੀਕ ਠਾਕ ਹੋਵੋਗੇ ਔਰ ਇਹ ਵੀ ਆਸ ਕਰਦੇ ਹਾਂ ਕਿ ਆਪ ਜੀ ਨੇ ਆਪਣੇ ਲੈਵਲ ਦੇ ਉੱਤੇ ਬਾਣੀ ਦੀ ਵਿਚਾਰ ਔਰ ਨਾਮ ਜਪਣਾ ਆਪਣੇ ਰੂਟੀਨ ਵਿੱਚ ਸ਼ਾਮਲ ਕਰ ਲਿਆ ਹੋਣਾ। ਅੱਜ ਅਸੀਂ ਜਿਹੜੀ ਵਾਰ ਦੀ 18ਵੀਂ ਪੌੜੀ ਹੈ ਉਹਦੀ ਵਿਚਾਰ ਕਰ ਰਹੇ ਹਾਂ। ਉਹ ਹੈ ਸਕਰੀਨ ਸਾਰਿਆਂ ਨੂੰ ਨਜ਼ਰ ਆ ਰਹੀ ਹੈ। ਸ਼ਲੋਕ ਮਹੱਲਾ ਪਹਿਲਾ। ਇਹ ਆਪਾਂ ਪਿਛਲੀ ਪੌੜੀ ਕੱਢੀ ਹੋਈ ਆ, ਅੱਗੇ ਚੱਲੀਏ। ਹਾਂਜੀ, ਸ਼ਲੋਕ ਮਹੱਲਾ ਪਹਿਲਾ। ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ। ਹੁਣ ਇਹ ਸੂਤਕ ਇਸ ਚੀਜ਼ ਨੂੰ ਪਹਿਲਾਂ ਸਮਝੀਏ ਵੀ ਅਪਵਿੱਤਰਤਾ। ਆਪਾਂ ਪਿਛਲੀ ਪੌੜੀ 'ਚ ਵੀ ਗੱਲ ਕੀਤੀ ਸੀ, ਖਾਸ ਤੌਰ ਤੇ ਉਦੋਂ ਜਦੋਂ ਇਸਤਰੀ ਇੱਕ ਮਾਂ ਬਣਦੀ ਹੈ, ਬੱਚੇ ਨੂੰ ਜਦੋਂ ਜਨਮ ਦਿੰਦੀ ਹੈ। ਗੁਰਬਾਣੀ ਦੇ ਵਿੱਚ ਇਹ ਲਫ਼ਜ਼ ਬਹੁਤ ਵਰਤਿਆ ਗਿਆ ਹੈ। ਗੁਰੂ ਅਮਰਦਾਸ ਪਾਤਸ਼ਾਹ ਦਾ ਸ਼ਬਦ ਹੈ, ਮਨ ਕਾ ਸੂਤਕ ਦੂਜਾ ਪਾਓ, ਭਰਮੇ ਭੂਲੇ ਆਵੋ ਜਾਓ। ਉਹਨਾਂ ਨੇ ਗੱਲ ਹੀ ਖਤਮ ਕਰ ਦਿੱਤੀ ਕਿ ਮਾਇਆ ਨਾਲ ਪਾਇਆ ਹੋਇਆ ਪਿਆਰ ਮਨ ਦੀ ਅਪਵਿੱਤਰਤਾ ਦਾ ਕਾਰਨ ਬਣਦਾ ਹੈ। ਸੂਤਕ ਜਿਹੜਾ ਬੇਸਿਕਲੀ ਬੱਚੇ ਦੇ ਜਨਮ ਨਾਲ ਘਰ 'ਚ ਪੈਦਾ ਹੋਈ ਅਪਵਿੱਤਰਤਾ ਨੂੰ ਸਨਾਤਨ ਨੇ ਜਿਹੜਾ ਇਹ ਪ੍ਰਚਾਰਿਆ ਸੀ। ਗੁਰੂ ਸਾਹਿਬਾਨ ਨੇ ਇਸ ਸਭ ਕਾਸੇ ਨੂੰ ਕਟਾਕਸ਼ ਪਾਈ। ਰਾਗ ਗੌੜੀ ਗਵਾਰੇਰੀ ਮਹੱਲਾ ਤੀਜਾ ਅਸ਼ਟਪਦੀਆਂ, ਪੋਥੀ ਪੰਨਾ ਨੰਬਰ 229 229। ਇੱਕ ਓਂਕਾਰ ਸਤਿਗੁਰ ਪ੍ਰਸਾਦ। ਮਨ ਕਾ ਸੂਤਕ ਦੂਜਾ ਭਾਓ, ਭਰਮੇ ਭੁੱਲੇ ਆਵੋ ਜਾਓ। ਫਿਰ ਹੋਰ ਕਹਿੰਦੇ, ਮਨਮੁਖ ਸੂਤਕ ਕਦੇ ਨਾ ਜਾਏ, ਜਿਚਰ ਸ਼ਬਦ ਨਾ ਭੀਜੈ ਹਰ ਕਹਿ ਨਾਏ। ਇਹ ਕਹਿੰਦੇ ਸੂਤਕ ਤੇ ਤੇਰੇ ਨਾਲ ਰਹਿਣਾ ਹੀ ਰਹਿਣਾ ਜਦੋਂ ਤੱਕ ਤੂੰ ਪਰਮਾਤਮਾ ਅਕਾਲ ਪੁਰਖ ਦੇ ਨਾਮ ਦੇ ਵਿੱਚ ਨਹੀਂ ਜੁੜਦਾ, ਸ਼ਬਦ ਦੇ ਵਿੱਚ ਨਹੀਂ ਭਿੱਜਦਾ, ਇੱਕ ਮਿਕ ਨਹੀਂ ਹੁੰਦਾ, ਜਦੋਂ ਤੱਕ ਮਿਲਾਪ ਦੀ ਅਵਸਥਾ ਨਹੀਂ। ਇਹ ਸ਼ਬਦ ਪੜ੍ਹਿਓ, ਪਹਿਲੀਆਂ ਦੋ ਤੁਕਾਂ ਮੈਂ ਬੋਲ ਦਿੱਤੀਆਂ ਨੇ, ਬਾਕੀ ਸ਼ਬਦ ਇਹ ਸਾਰਾ ਸੂਤਕ ਦੇ ਉੱਤੇ ਹੀ ਹੈ। ਉਹਦੇ ਚ ਸ਼ਬਦ ਚ ਕਹਿੰਦੇ, ਇੱਕ ਥਾਂ ਪਾਤਸ਼ਾਹ ਕਹਿੰਦੇ, ਸਤਿਗੁਰ ਸੇਵਿਐ ਸੂਤਕ ਜਾਏ, ਮਰੈ ਨ ਜਨਮੈ ਕਾਲ ਨ ਖਾਏ। ਇਹ ਉਹ ਬਿਲਕੁਲ ਅਖੀਰਲੀ ਅਵਸਥਾ ਹੈ। ਫਿਰ ਹੋਰ ਐਗਜ਼ਾਮਪਲ ਦਿੰਦੇ ਨੇ। ਗੁਰੂ ਅਮਰਦਾਸ ਪਾਤਸ਼ਾਹ, ਇਹ ਸ਼ਬਦ ਹੈ, ਸੂਤਕ ਅਗਨ ਪਾਉਣੈ ਪਾਣੀ ਮਾਹੇ, ਸੂਤਕ ਭੋਜਨ ਜੇਤਾ ਕਿਛ ਖਾਏ। ਕਿੰਨੀ ਕਿੰਨੀ ਕਟਾਕਸ਼ ਪਾਈ। ਫਿਰ
नैनो सूतक बैनो सूतक सूतक श्रवणी होई, उठत बैठत सूतक लागै सूतक परै रसोई। ਉੱਠਦਿਆਂ ਬਹਿੰਦਿਆਂ ਸਾਨੂੰ ਹਰ ਵੇਲੇ ਸੂਤਕ ਪੈ ਰਿਹਾ। ਇਹ ਮਾਇਆ ਦੀ ਜਿਹੜੀ ਅਪਵਿੱਤਰਤਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਦਰੋਂ ਮਰੇ ਨਹੀਂ, ਮਨ ਪਵਿੱਤਰ ਨਹੀਂ ਹੋਇਆ ਤੇ ਅਸੀਂ ਬਾਹਰਲੀ ਪਵਿੱਤਰਤਾ ਨੂੰ ਚੁੱਕੀ ਫਿਰਦੇ ਹਾਂ। ਸੋ ਇਹ ਨਾਮ ਜਪਣ ਤੋਂ ਬਿਨਾ ਸੂਤਕ ਤੋਂ ਮੁਕਤ ਹੋਣਾ, ਅਪਵਿੱਤਰਤਾ ਤੋਂ ਮੁਕਤ ਹੋਣਾ, ਪਵਿੱਤਰ ਹੋਣਾ ਸੰਭਵ ਹੀ ਨਹੀਂ। ਪਾਤਸ਼ਾਹ ਨੇ ਬਿਲਕੁਲ ਕਲੀਅਰ ਕਰ ਦਿੱਤਾ। ਹੁਣ ਆਪਾਂ ਆਪਣੀ ਵਾਰ ਦੇ ਸ਼ਲੋਕ ਪੜ੍ਹਦੇ ਹਾਂ। ਸ਼ਲੋਕ ਮਹੱਲਾ ਪਹਿਲਾ। ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ। ਜੇ ਮੰਨ ਲਈਏ ਕਿ ਸੂਤਕ ਦਾ ਭਰਮ ਰੱਖਣਾ ਹੀ ਹੈ, ਤਾਂ ਫਿਰ ਇਹ ਵੀ ਯਾਦ ਰੱਖੋ ਕਿ ਸੂਤਕ ਹਰ ਥਾਂ ਤੇ ਹੀ ਹੁੰਦਾ। ਸਭ ਤੈ ਸੂਤਕ ਹੋਏ, ਹਰ ਥਾਂ ਤੇ ਸੂਤਕ ਹੈ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਗੋਹੇ ਵਿੱਚ, ਲੱਕੜੀ ਵਿੱਚ ਅੰਦਰ ਹੀ ਕੀੜੇ ਜੰਮਦੇ ਰਹਿੰਦੇ ਆ, ਪਰ ਫਿਰ ਵੀ ਗੋਹੇ ਦਾ ਪੋਚਾ ਲਾਉਣਾ ਤੇ ਚੰਦਨ ਦੀ ਲੱਕੜੀ ਨੂੰ ਪਵਿੱਤਰ ਮੰਨਦੇ। ਗੋਹੇ ਅਤੇ ਲੱਕੜੀ, ਕਿਉਂਕਿ ਚੰਦਨ ਬਹੁਤ ਵਰਤਦੇ ਸੀ ਉਹ ਲੋਕ, ਇਸ ਕਰਕੇ ਇਹ ਗੋਹਾ ਅਤੇ ਲੱਕੜੀ, ਇਹਦਾ ਭਾਵ ਕਿ ਚੰਦਨ ਦੀ ਲੱਕੜੀ ਨੂੰ ਉਹ ਪਵਿੱਤਰ ਮੰਨਦੇ ਸੀ। ਹਵਨਾਂ ਦੇ ਵਿੱਚ ਬਹੁਤ ਵਰਤਿਆ ਜਾਂਦਾ ਸੀ। ਕਹਿੰਦੇ ਗੋਹੇ ਅਤੇ ਲੱਕੜੀ ਦੇ ਅੰਦਰ ਵੀ ਕੀੜੇ ਜੰਮਦੇ ਰਹਿੰਦੇ ਆ, ਪਰ ਫਿਰ ਵੀ ਗੋਹੇ ਦਾ ਪੋਚਾ ਲਾਉਣਾ, ਚੰਦਨ ਦੀ ਲੱਕੜੀ ਨੂੰ ਅਸੀਂ ਪਵਿੱਤਰ ਮੰਨਦੇ। ਹੋਰ ਅੱਗੇ ਚੱਲਦੇ, ਕਹਿੰਦੇ ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਈ। ਅੰਨ ਦੇ ਜਿੰਨੇ ਵੀ ਦਾਣੇ ਨੇ, ਉਹਨਾਂ ਚੋਂ ਕੋਈ ਵੀ ਦਾਣਾ ਜੀਵ ਤੋਂ ਬਿਨਾਂ ਨਹੀਂ। ਪਹਿਲਾ ਨਹੀਂ ਪੜਨਾ ਇੱਥੇ। ਫਸਟ ਪਾਣੀ, ਫਸਟ ਵਾਟਰ ਨਹੀਂ ਹੋ ਸਕਦਾ। ਪਹਿਲਾਂ, ਇਹ ਸਭ ਤੋਂ ਪਹਿਲਾਂ ਜਦੋਂ ਆਪਾਂ ਯੂਜ਼ ਕਰਦੇ, ਪਹਿਲਾਂ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ। ਪਹਿਲਾਂ ਪਾਣੀ ਆਪ ਵੀ ਜੀਵ ਹੈ, ਕਿਉਂਕਿ ਇਹਦੇ ਨਾਲ ਹਰ ਜੀਵ ਜਿੰਦ ਵਾਲਾ ਬਣਿਆ ਰਹਿੰਦਾ ਹੈ। ਹਰੇਕ ਜੀਵ ਹਰਾ ਭਰਾ ਰਹਿੰਦਾ। ਪਾਣੀ ਤੋਂ ਬਿਨਾਂ ਨਾ ਜਿਉਂਦੇ ਰਹਿ ਸਕਦੇ ਆ, ਨਾ ਹਰੇ ਭਰੇ ਰਹਿ ਸਕਦੇ। ਇਸ ਕਰਕੇ ਪਾਣੀ ਆਪ ਵੀ ਪਹਿਲਾਂ ਜੀਵ ਹੈ, ਕਿਉਂਕਿ ਇਹਦੇ ਨਾਲ ਹੀ ਜੀਵਨ ਹੈ। ਸੂਤਕ ਕਿਉਂ ਕਰ ਰੱਖੀ ਹੈ, ਸੂਤਕ ਪਵੈ ਰਸੋਏ। ਸੂਤਕ ਦੇ ਭਰਮ ਤੋਂ ਬਚਣਾ ਬਹੁਤ ਮੁਸ਼ਕਲ ਹੈ, ਕਿਉਂਕਿ ਸੂਤਕ ਤੇ ਸਾਡੀ ਰਸੋਈ ਵਿੱਚ ਵੀ ਹੈ। ਨਾਨਕ ਜੋਤ ਕਹਿੰਦੀ ਹੈ, ਨਾਨਕ ਸੂਤਕ ਏਵ ਨ ਉਤਰੈ ਗਿਆਨ ਉਤਾਰੇ ਤੋਏ। ਕਿ ਸੂਤਕ ਦਾ ਭਰਮ ਸਾਡੇ ਮਨ ਚੋਂ ਨਹੀਂ ਉਤਰਦਾ, ਨਹੀਂ ਉਤਰ ਸਕਦਾ। ਕੇਵਲ ਅਕਾਲ ਪੁਰਖ ਦਾ ਗਿਆਨ ਸਾਨੂੰ ਸੂਤਕ ਤੋਂ ਸੁਰਖਰੂ ਕਰਵਾ ਸਕਦਾ।
ਗਿਆਨ ਹੀ ਇਸ ਸੂਤਕ ਨੂੰ ਲਾ ਸਕਦਾ, ਗਿਆਨ ਹੀ ਇਸ ਅਪਵਿੱਤਰਤਾ ਨੂੰ ਸਾਡੇ ਤੋਂ ਪਰੇ ਕਰ ਸਕਦਾ। ਇੱਕ ਵਾਰ ਫਿਰ ਆਪਾਂ ਇਹਨੂੰ ਸਮਰਾਈਜ਼ ਕਰ ਲਈਏ ਸ਼ਲੋਕ ਨੂੰ। ਸ਼ਲੋਕ ਮਤਲਬ ਪਹਿਲਾ ਕਹਿੰਦੇ ਵੀ ਜੇ ਮੰਨ ਲਈਏ ਕਿ ਸੂਤਕ ਦਾ ਭਰਮ ਰੱਖਣਾ ਹੀ ਹੈ, ਤੇ ਇਹ ਵੀ ਯਾਦ ਰੱਖੋ ਸੂਤਕ ਹਰ ਥਾਂ ਤੇ ਹੀ ਹੈ। ਗੋਹੇ ਅਤੇ ਲੱਕੜੀ ਅੰਦਰ ਵੀ ਕੀੜੇ ਜੰਮਦੇ ਰਹਿੰਦੇ ਆ, ਪਰ ਫਿਰ ਉਸੇ ਗੋਹੇ ਦਾ ਪੋਚਾ ਲਾਉਣ ਨੂੰ ਪਵਿੱਤਰ ਮੰਨਦੇ ਆ, ਉਹੀ ਚੰਦਨ ਦੀ ਲੱਕੜੀ ਨੂੰ ਵਰਤਣਾ ਪਵਿੱਤਰ ਮੰਨਦੇ ਆ। ਇਸੇ ਤਰ੍ਹਾਂ ਅੰਨ ਦੇ ਜਿੰਨੇ ਵੀ ਦਾਣੇ ਨੇ, ਉਹਨਾਂ 'ਚ ਕੋਈ ਵੀ ਦਾਣਾ ਜੀਵ ਤੋਂ ਬਿਨਾਂ ਨਹੀਂ। ਪਾਣੀ ਆਪ ਵੀ ਜੀਵ ਹੈ, ਕਿਉਂਕਿ ਇਹਦੇ ਨਾਲ ਹਰ ਜੀਵ ਜਿਹੜਾ ਉਹ ਜਾਨਦਾਰ ਜਿੰਦ ਵਾਲਾ ਬਣਿਆ ਰਹਿੰਦਾ। ਇਸ ਕਰਕੇ ਸੂਤਕ ਦੇ ਭਰਮ ਤੋਂ ਬਚਣਾ ਮੁਸ਼ਕਲ ਹੈ, ਕਿਉਂਕਿ ਸੂਤਕ ਤੇ ਸਾਡੀ ਰਸੋਈ ਵਿੱਚ ਵੀ ਹੈ। ਇੱਥੇ ਫਿਰ ਸ਼ਲੋਕ ਕਲੋਜ਼ ਕਰਦੇ ਬਾਬਾ ਨਾਨਕ, ਕਹਿੰਦੇ ਸੂਤਕ ਦਾ ਭਰਮ ਸਾਡੇ ਮਨ ਚੋਂ ਨਹੀਂ ਉਤਰਦਾ, ਕੇਵਲ ਅਕਾਲ ਪੁਰਖ ਦਾ ਗਿਆਨ, ਨੰਨੇ ਨੂੰ ਔਂਕੜ, ਇੱਕੋ ਇੱਕ ਗਿਆਨ ਉਤਾਰੇ ਧੋਏ। ਇਹ ਬ੍ਰਹਮ ਗਿਆਨ ਦੀਆਂ ਬਾਤਾਂ ਨੇ। ਨੈਨੋ ਸੂਤਕ, ਬੈਨੋ ਸੂਤਕ, ਸੂਤਕ ਸਰਵਨੀ ਹੋਈ, ਉਠਤ ਬੈਠਤ ਸੂਤਕ ਲਾਗੇ, ਸੂਤਕ ਪਰੈ ਰਸੋਈ। ਫਾਸਨ ਕੀ ਬਿਦ ਸਭ ਕੋ ਜਾਣੈ, ਛੂਟਨ ਕੀ ਇੱਕ ਕੋਈ, ਕਹਿ ਕਬੀਰ ਰਾਮ ਹਿਰਦੈ ਵਿਚਾਰੈ, ਸੂਤਕ ਤਿਨੈ ਨਾ ਹੋਈ। ਕਬੀਰ ਸਾਹਿਬ ਕਹਿੰਦੇ ਜੋ ਮਨੁੱਖ ਅਕਾਲ ਪੁਰਖ ਦੇ ਨਾਮ ਨੂੰ ਹਿਰਦੇ ਤੱਕ ਲੈ ਕੇ ਜਾਂਦਾ, ਉਹਨਾਂ ਨੂੰ ਇਹ ਜਿਹੜੀ ਹੈ ਇਹ ਭੇਟ ਨਹੀਂ ਲੱਗਦੀ ਸੂਤਕ ਦੀ, ਅਪਵਿੱਤਰਤਾ ਦੀ। ਜਿੱਧਰ ਦੇਖੋ ਸੂਤਕ ਦੇ ਵਿੱਚ, ਭਰਮਾਂ ਦੇ ਵਿੱਚ ਬੰਦਾ ਫਸਣ ਦਾ ਹੀ ਢੰਗ ਜਾਣਦਾ, ਵੀ ਆਹ ਨਹੀਂ ਠੀਕ, ਆਹ ਨਹੀਂ ਸਾਫ਼, ਇਹਨੂੰ ਧੋਵੋ, ਇਹਨੂੰ ਏਦਾਂ ਕਰੋ। ਬਾਬੇ ਨਾਨਕ ਨੇ ਸੂਤਕ ਦੇ ਸਬਜੈਕਟ ਨੂੰ ਮੁੱਢੋਂ ਹੀ ਨਿਕਾਲ ਦਿੱਤਾ। ਆਪਾਂ ਪਹਿਲਾਂ ਪੜ੍ਹ ਕੇ ਹਟੇ ਹਾਂ, ਸਤਿਗੁਰ ਸੇਵਿਆ ਸੂਤਕ ਜਾਏ, ਖਤਮ, ਗੱਲ ਖਤਮ ਕਰਤੀ। ਸਤਿਗੁਰੂ ਦਾ ਆਸਰਾ ਲਿਆ ਜਾਏ, ਉਸ ਦੀ ਸੇਵਾ ਕੀਤੀ ਜਾਏ, ਭਾਵ ਜਪੋ ਤਾਂ ਇੱਕੋ ਨਾਮਾ, ਨਾਮ ਦਾ ਅਭਿਆਸ ਕੀਤਾ ਜਾਏ, ਸ਼ਬਦ ਦਾ ਅਭਿਆਸ ਕੀਤਾ ਜਾਏ। ਮਰੈ ਨਾ ਜਨਮੈ, ਕਾਲ ਨਾ ਖਾਏ। ਆਹ ਕਲਾ ਵੀ ਵਰਤੋਗੀ, ਸੂਤਕ ਤੇ ਕਿਤੇ ਦਾ ਕਿਤੇ ਰਹਿ ਜਾਊਗਾ। ਕਹਿੰਦੇ ਮਰੈ ਨਾ ਜਨਮੈ, ਕਾਲ ਨਾ ਖਾਏ। ਤੂੰ ਸੂਤਕ ਦੀ ਗੱਲ ਕਰੀ ਜਾ ਰਿਹਾ, ਕਹਿੰਦੇ ਜਨਮ ਮਰਨ ਤੋਂ ਮੁਕਤ ਹੋ ਜਾਏਗਾ। ਸੋ ਇਹ ਬਾਹਰ ਦੀਆਂ ਪਵਿੱਤਰਤਾ ਮੰਨਣੀ, ਭਾਂਡਿਆਂ ਨੂੰ ਦੇਰ ਰਗੜ ਰਗੜ ਕੇ ਉਹਨਾਂ ਨੂੰ ਸੁਚੇ ਕਰੀ ਜਾਣਾ, ਮਹਾਰਾਜ ਨੇ ਗੱਲ ਹੀ ਖਤਮ ਕਰਤੀ। ਆਪਾਂ ਜਪ ਬਾਣੀ ਪੜ੍ਹ ਕੇ ਆਏ ਆ, ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਧੋਈ ਜਾਓ, ਸਾਡਾ ਕੀ ਜਾਣਾ ਭਾਈ। ਮੰਨੀ ਜਾਓ, ਕਰੀ ਜਾਓ ਪਵਿੱਤਰਤਾ। ਇਹ ਗੱਲਾਂ ਸਾਡੇ ਚ ਵੀ ਵੜ ਗਈਆਂ ਨੇ ਅੱਜ ਆ ਕੇ। ਬ੍ਰਹਮਨਿਜ਼ਮ, ਸਨਾਤਨ ਮਤ, ਇਹ ਚੀਜ਼ਾਂ ਸਾਰੀਆਂ ਸਾਡੇ ਚ ਨੇ। ਮੈਂ ਬੰਦੇ ਆਪ ਦੇਖੇ ਟੂਟੀਆਂ ਤੱਕ ਧੋ ਧੋ ਕੇ, ਰਸੋਈ ਧੋਂਦੇ ਪਹਿਲਾਂ ਜਦੋਂ ਘਰੇ ਆਉਣਾ, ਉਹਨਾਂ ਨੇ ਆਪ ਖਾਣਾ ਬਣਾ ਬਣਾ ਕੇ ਖਾਣਾ। ਕਹਿੰਦੇ ਜੀ ਤੁਹਾਡੀ ਰਹਿਤ ਬਹਿਤ ਨਹੀਂ ਚੰਗੀ, ਸਾਡੇ ਵਰਗੇ ਨਹੀਂ। ਠੀਕ ਹੈ, ਮੁਬਾਰਕ ਹੈ ਤੁਹਾਨੂੰ,
ਪਰ ਬਾਬਾ ਨਾਨਕ ਆ ਸ਼ਲੋਕ ਦੇ ਵਿੱਚ ਚੀਜ਼ ਨੂੰ ਮੁੱਢੋਂ ਨਕਾਰ ਕੇ ਰੱਖਦੇ, ਕਹਿੰਦੇ ਨਾਨਕ ਸੂਤਕ ਏਵ ਨਾ ਉਤਰੈ ਗਿਆਨ ਉਤਾਰੇ ਧੋਏ, ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵੇਂ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਉਹ ਨਾਮ ਜਪਣਾ ਹੀ ਪੂਰਨ ਬ੍ਰਹਮ ਗਿਆਨ ਹੈ, ਸ਼ਬਦ ਦਾ ਅਭਿਆਸ ਹੀ ਪੂਰਨ ਬ੍ਰਹਮ ਗਿਆਨ ਹੈ, ਗੁਰਬਾਣੀ ਗੁਰੂ ਹੀ ਪੂਰਨ ਬ੍ਰਹਮ ਗਿਆਨ ਹੈ। ਇਹ ਵੀ ਸੋਝੀ ਤਾਂ ਹੀ ਆਉਣੀ ਹੈ ਜੇ ਸ਼ਬਦ ਦਾ ਅਭਿਆਸ ਹੋਊਗਾ, ਜੇ ਅਭਿਆਸ ਹੀ ਨਹੀਂ ਤੇ ਇਹ ਸੋਝੀ ਕਿੱਥੋਂ ਆਊ। ਅੱਗੇ ਵਧੀਏ ਜੀ। ਮਹੱਲਾ ਪਹਿਲਾ। ਵਾਹਿਗੁਰੂ। ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ। ਹੁਣ ਇਹਨੂੰ ਹੁਣ ਹੋਰ ਖੋਲਦੇ ਆ। ਕਈ ਵਾਰੀ ਆਪਾਂ ਕਹਿੰਦੇ ਨੇ ਵੀ ਹੋਰ ਐਲੈਬੋਰੇਟ ਕਰੋ, ਇਹਨੂੰ ਹੋਰ ਐਕਸਪਲੇਨ ਕਰੋ, ਜੇ ਗੱਲ ਸਮਝ ਚ ਨਹੀਂ ਪਈ। ਕਹਿੰਦੇ ਫਿਰ ਆ ਸਮਝਾਵਾਂ। ਮਨ ਕਾ ਸੂਤਕ ਲੋਭ ਹੈ। ਮਨ ਨੂੰ ਕਹਿੰਦੇ ਜਿਹੜਾ ਲੋਭ ਰੂਪੀ ਸੂਤਕ ਚਿੰਬੜਿਆ ਪਿਆ, ਲੋਭ ਦੀ ਅਪਵਿੱਤਰਤਾ ਮਨ ਨੂੰ ਚਿੰਬੜੀ ਪਈ ਹੈ, ਤੇ ਜੀਵ ਨੂੰ ਝੂਠ ਰੂਪੀ ਸੂਤਕ ਲੱਗਿਆ ਪਿਆ। ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ। ਕੂੜ ਕਿਆ? ਝੂਠ। ਅੱਖੀ ਸੂਤਕ ਵੇਖਣਾ, ਪਰ ਤ੍ਰਿਆ ਪਰ ਧਨ ਰੂਪ। ਅੱਖਾਂ ਨੂੰ ਪਰਾਇਆ ਧਨ ਤੱਕਣਾ ਤੇ ਪਰਾਈਆਂ ਇਸਤਰੀਆਂ ਦਾ ਰੂਪ ਤੱਕਣ ਦਾ ਸੂਤਕ ਲੱਗਿਆ ਪਿਆ। ਕੰਨੀ ਸੂਤਕ ਕੰਨ ਪੈ, ਲਾਏ ਤਬਾਰੀ ਖਾਏ। ਕਹਿੰਦੇ ਕੰਨਾਂ 'ਚ ਵੀ ਸੂਤਕ ਹੈ। ਅਸੀਂ ਕੰਨਾਂ ਨਾਲ ਕੰਨ ਲਾ ਕੇ ਬੇਫਿਕਰ ਹੋ ਕੇ ਚੁਗਲੀ ਕਰਦੇ ਵੀ ਹਾਂ ਤੇ ਸੁਣਦੇ ਵੀ ਹਾਂ। ਉਹ ਕਹਿੰਦੇ ਨੀ ਉਰਿਆ ਗੱਲ ਦੱਸਾਂ, ਆਹ ਗੱਲ ਦੱਸਾਂ। ਉਹ ਫਿਰ ਬੰਦਾ ਬੜੇ ਧਿਆਨ ਨਾਲ ਕੰਨ ਮੂੰਹ ਦੇ ਕੋਲ ਕਰਕੇ ਫਿਰ ਗੱਲ ਸੁਣਦਾ। ਕੰਨੀ ਸੂਤਕ ਕੰਨ ਪੈ, ਕਹਿੰਦੇ ਕੰਨਾਂ 'ਚ ਵੀ ਸੂਤਕ ਹੈ। ਕੰਨ ਨਾਲ ਕੰਨ ਲਾ ਕੇ ਐਨ ਪੂਰੀ ਬੇਫਿਕਰ ਹੋ ਕੇ ਅਸੀਂ ਚੁਗਲੀ ਕਰਦੇ ਹਾਂ, ਫਿਰ ਸੁਣਦੇ ਵੀ ਹਾਂ। ਅੱਗੇ ਚੱਲਦੇ ਆ। ਕਹਿੰਦੇ ਨਾਨਕ ਹੰਸਾ ਆਦਮੀ ਬੱਧੇ ਜੰਮਪੁਰ ਜਾਏ। ਨਾਨਕ ਜੋਤ ਕੀ ਕਹਿੰਦੀ ਹੈ ਵੀ ਮਨੁੱਖ ਭਾਵੇਂ ਹੰਸਾਂ ਵਰਗੇ ਸੋਹਣੇ ਹੋਣ, ਬਾਹਰੋਂ ਦੇਖਣ ਵੀ ਐ ਜੀ ਤੇ ਇਹਨਾਂ ਵਰਗੇ ਬੰਦੇ ਹੀ ਕੋਈ ਨਹੀਂ। ਕਹਿੰਦੇ ਭਾਵੇਂ ਹੰਸਾਂ ਵਰਗੇ ਹੋਣ, ਪਰ ਜੇ ਮਾਇਆ 'ਚ ਹੀ ਜਕੜੇ ਹੋਏ ਨੇ ਤਾਂ ਨਰਕ 'ਚ ਹੀ ਧੱਕੇ ਜਾਣਗੇ। ਬੱਧੇ ਜੰਮਪੁਰ ਜਾਏ। ਸੋ ਸੂਤਕ ਨੂੰ ਉਹਨਾਂ ਨੇ ਐਕਸਪਲੇਨ ਕਰਤਾ ਵੀ ਸੂਤਕ ਕਿਵੇਂ ਹੈ, ਅਪਵਿੱਤਰਤਾ ਕਾਹਦੀ ਹੈ, ਅਸਲ ਅਪਵਿੱਤਰਤਾ ਕਾਹਦੀ ਹੈ। ਮਨ ਨੂੰ ਲੋਭ ਰੂਪੀ ਸੂਤਕ ਚਿੰਬੜਿਆ, ਇਸੇ ਤਰ੍ਹਾਂ ਜੀਵ ਨੂੰ ਝੂਠ ਰੂਪੀ ਸੂਤਕ ਲੱਗਾ, ਅੱਖਾਂ ਨੂੰ ਪਰਾਇਆ ਧਨ ਤੱਕਣ ਦਾ, ਪਰਾਈਆਂ ਇਸਤਰੀਆਂ ਦਾ ਰੂਪ ਤੱਕਣ ਦਾ ਸੂਤਕ ਲੱਗਾ, ਕੰਨਾਂ ਨੂੰ ਬੇਫਿਕਰ ਹੋ ਕੇ ਚੁਗਲੀ ਸੁਣਨ ਦਾ, ਕਰਨ ਦਾ ਸੂਤਕ ਲੱਗਾ। ਫਿਰ ਗੱਲ ਹੀ ਖਤਮ ਕਰਦੇ, ਕਹਿੰਦੇ ਭਾਵੇਂ ਹੰਸਾਂ ਵਰਗੇ ਹੋ ਜਾਓ, ਬਾਹਰੋਂ ਐਨ ਚਿੱਟੇ ਕੱਪੜੇ ਪਾ ਕੇ ਆਪਣੇ ਆਪ ਨੂੰ ਸਜਾ ਲਓ, ਪਰ ਜੇ ਮਾਇਆ 'ਚ ਹੀ ਰਹਿਣਾ ਹੈ ਤਾਂ ਨਰਕਾਂ ਨੂੰ ਹੀ ਜਾਓਗੇ।
ਜੰਮ ਦੀ ਮਾਰ ਪੈਣੀ ਪੈਣੀ ਹੈ, ਇਸ ਤੋਂ ਬਚਿਆ ਨਹੀਂ ਜਾ ਸਕਦਾ। ਹੋਰ ਅੱਗੇ ਚੱਲੀਏ ਜੀ। ਕਨਕਲੂਜਨ ਹੁਣ ਕੱਢਣਾ, ਇੱਥੇ ਰਿਜ਼ਲਟ ਕੱਢਣਾ। ਮਹੱਲਾ ਪਹਿਲਾ ਇਹ ਵੀ ਸ਼ਲੋਕ ਹੈ। ਕਹਿੰਦੇ ਸਭੋ ਸੂਤਕ ਭਰਮੈ ਦੂਜਾ ਲੱਗਿਆ ਜਾਏ। ਕਹਿੰਦੇ ਸੂਤਕ ਨਿਰਾ ਭਰਮੀ ਹੈ ਹੀ ਨਹੀਂ, ਕਾਕੀ ਨਹੀਂ, ਗੱਲ ਹੀ ਨਹੀਂ ਕੋਈ। ਸੂਤਕ ਨਿਰਾ ਭਰਮੀ ਹੈ ਤੇ ਇਹ ਸੂਤਕ ਮਾਇਆ 'ਚ ਫਸੇ ਲੋਕਾਂ ਨੂੰ ਹੀ ਚਿੰਬੜਦਾ। ਜੰਮਣ ਮਰਨਾ ਹੁਕਮ ਹੈ, ਜੰਮਣ ਮਰਨਾ ਹੁਕਮ ਹੈ, ਭਾਣੈ ਆਵੈ ਜਾਏ। ਜੀਵਾਂ ਦਾ ਜੰਮਣਾ ਮਰਨਾ ਉਹ ਪ੍ਰਭੂ ਦਾ ਹੁਕਮ ਹੈ। ਪ੍ਰਭੂ ਦੀ ਰਜ਼ਾ ਵਿੱਚ ਹੀ ਜੀਵ ਦੁਨੀਆ ਤੇ ਆਉਂਦਾ ਜਾਂਦਾ। ਖਾਣਾ ਪੀਣਾ ਪਵਿੱਤਰ ਹੈ, ਦਿਤੋਨ ਰਿਜਕ ਸੰਭਾਏ। ਪਦਾਰਥਾਂ ਦਾ ਖਾਣਾ ਪੀਣਾ ਵੀ ਪਵਿੱਤਰ ਹੈ। ਭਾਵ ਮਾੜਾ ਨਹੀਂ, ਕਿਉਂਕਿ ਪ੍ਰਭੂ ਨੇ ਆਪ ਇਕੱਤਰ ਕਰਕੇ ਰਿਜਕ ਜੀਵਾਂ ਨੂੰ ਦਿੱਤਾ ਹੈ। ਰਿਜਕ ਦੇਣ ਵਾਲਾ ਅਕਾਲ ਪੁਰਖ ਹੀ ਹੈ। ਖਾਣਾ ਪੀਣਾ ਪਵਿੱਤਰ ਹੈ, ਦਿਤੋਨ ਰਿਜਕ ਸੰਭਾਏ। ਹੁਣ ਇਹ ਅਸੀਂ ਸੋਚਣਾ ਹੈ ਕਿ ਅਸੀਂ ਕਿੱਦਾਂ ਦਾ ਖਾਣਾ ਖਾਣਾ। ਇਹ ਅਸੀਂ ਸੋਚਣਾ। ਕਹਿਣਾ ਨਹੀਂ ਚਾਹੀਦਾ ਆ ਸਟਰੀਟ ਫੂਡ ਉਹ ਦਿੱਲੀ ਬੜਾ ਜਾ ਕੇ ਛਕਦੇ। ਪਹਿਲੀ ਗੱਲ ਤੇ ਉੱਥੇ ਇੰਨਾ ਪੋਲੂਸ਼ਨ ਹੁੰਦਾ, ਔਰ ਫਿਰ ਉਹ ਕਿੰਨੀਆਂ ਕਿੰਨੀਆਂ ਖਬਰਾਂ ਆਈਆਂ ਨੇ, ਕਿੰਨੇ ਕਿੰਨੇ ਗੰਦੇ ਕੰਮ ਉਹ ਕਰਦੇ ਨੇ। ਉਹ ਪਤਾ ਹੀ ਨਹੀਂ ਹੁੰਦਾ ਵੀ ਇਹ ਖਾਣਾ ਜਿਹੜਾ ਅਸੀਂ ਖਾ ਰਹੇ ਹਾਂ ਵੀ ਇਹ 'ਚ ਪਾਣੀ ਕਿੱਦਾਂ ਦਾ ਵਰਤਿਆ ਗਿਆ, ਇਹਨੂੰ ਹੱਥ ਕਿੱਦਾਂ ਦੇ ਲੱਗੇ ਹੈ। ਬੜੇ ਸ਼ੌਂਕ ਨਾਲ ਜਾ ਕੇ ਖਾਣੇ ਖਾਂਦੇ ਆ ਜੀ ਉੱਥੇ ਸਟਰੀਟ ਫੂਡ। ਕਹਿੰਦੇ ਜੀ ਸਾਹਮਣੇ ਬਣਾਉਂਦੇ ਆ ਸਾਡੇ। ਇਸੇ ਕਰਕੇ ਅਸੀਂ ਜ਼ੋਰ ਦਿੰਨੇ ਆ ਵੀ ਘਰ ਦਾ ਖਾਓ, ਸਾਫ਼ ਸੁਥਰਾ ਆਪ ਬਣਾ ਕੇ ਖਾਓ। ਆਹ ਗੱਲ ਨੂੰ ਕਹਿੰਦੇ ਆ। ਹੋਰ ਕੋਈ ਇਹਦਾ ਕੋਈ ਸਪਿਰਿਚੁਅਲ ਉਹ ਨਹੀਂ ਹੈ ਵੀ ਅਸੀਂ ਇਸ ਚੀਜ਼ ਨੂੰ ਰਿਜੈਕਟ ਕਰਦੇ ਆ, ਵੀ ਅਸੀਂ ਉਹਨਾਂ ਨੂੰ ਮਖੌਲ ਕਰਦੇ। ਸਿਰਫ ਆ ਇੰਨਾ ਕੁ ਰੱਖਣਾ ਖਿਆਲ ਕਿ ਅਸੀਂ ਸੋਚਣਾ ਵੀ ਖਾਣਾ ਕਿੱਦਾਂ ਦਾ ਸਾਫ਼ ਸੁਥਰਾ ਖਾਣਾ ਹੈ। ਬਾਹਰ ਦਾ ਖਾਣਾ ਹੈ, ਬਾਹਰ ਦਾ ਕਿੱਦਾਂ ਦਾ ਸਾਨੂੰ ਨਹੀਂ ਪਤਾ, ਕਿੰਨੇ ਨੂੰ ਹੱਥ ਲਾਇਆ, ਕਿੰਨੇ ਉਹਨੂੰ ਮੂੰਹ ਲਾਇਆ। ਬੜੀਆਂ ਬੜੀਆਂ ਸੋਸ਼ਲ ਮੀਡੀਆ ਤੇ ਬੜੀਆਂ ਵੀਡੀਓਜ਼ ਦੇਖੀ ਦੀਆਂ ਨੇ। ਮਹਾਰਾਜ ਨੇ ਗੱਲ ਸਮਝਾਤੀ। ਪਦਾਰਥਾਂ ਦਾ ਖਾਣਾ ਪੀਣਾ ਵੀ ਕਹਿੰਦੇ ਪਵਿੱਤਰ ਹੈ, ਮਾੜਾ ਨਹੀਂ, ਕਿਉਂਕਿ ਪ੍ਰਭੂ ਨੇ ਆਪ ਇਕੱਤਰ ਕਰਕੇ ਰਿਜਕ ਜੀਵਾਂ ਨੂੰ ਦਿੱਤਾ। ਹੁਣ ਸੋਚਣਾ ਸਮਝਣਾ ਅਸੀਂ। ਹੁਣ ਫੈਸਲਾ ਦਿੰਦੇ, ਦੇਖੋ ਨਾਨਕ ਜੋਤ ਫੈਸਲਾ ਦੇ ਰਹੇ। ਜਿਨੀ ਗੁਰਮੁਖੇ ਬੁੱਝਿਆ ਤਿੰਨਾ ਸੂਤਕ ਨਾ ਹੈ। ਜਿਨ੍ਹਾਂ ਨੇ ਗੁਰਮੁਖ ਸਿਸਟਮ ਦੇ ਨਾਲ ਬੰਦਗੀ ਕਰਨ ਦੇ ਵਿਚਾਰ ਨੂੰ ਅਪਣਾ ਲਿਆ, ਬੰਦਗੀ ਕਰਨ ਦੀ ਸੋਝੀ ਆ ਗਈ, ਉਹਨਾਂ ਨੂੰ ਸੂਤਕ ਕਦਾਚਿਤ ਨਹੀਂ ਲੱਗੇਗਾ। ਤਿੰਨਾ ਸੂਤਕ ਨਾ ਹੈ। ਜਿਨ੍ਹਾਂ ਨੂੰ ਇਹ ਸੋਝੀ ਆ ਗਈ ਵੀ ਜਪੋ ਤਾਂ ਇੱਕੋ ਨਾਮਾ ਅਵਰ ਨਿਰਾ ਫਲ ਕਾਮਾ, ਉਹਨਾਂ ਨੂੰ ਕੋਈ ਸੂਤਕ ਨਹੀਂ ਆ। ਨਾ ਉਹਨਾਂ ਦੇ ਅੰਦਰ ਸੂਤਕ, ਨਾ ਬਾਹਰ ਸੂਤਕ। ਫੈਸਲਾ ਹੋ ਗਿਆ। ਇੱਕ ਵਾਰੀ ਫੇਰ ਸਮਰਾਈਜ਼ ਕਰੀਏ ਵੀ ਸੂਤਕ ਜਿਹੜਾ ਉਹ ਨਿਰਾ ਭਰਮ ਹੈ, ਭਲੇਖਾ ਹੀ ਹੈ। ਸੂਤਕ ਉਹਨਾਂ ਨੂੰ ਹੀ ਲੱਗਿਆ ਜਿਹੜੇ ਮਾਇਆ 'ਚ ਫਸੇ ਆ, ਉਹ ਅਸਲ ਸੂਤਕ ਹੈ। ਜੀਵਾਂ ਦਾ ਜੰਮਣਾ ਮਰਨਾ ਉਸ ਕਰਤੇ ਪੁਰਖ ਦਾ ਹੁਕਮ ਹੈ। ਉਹਦੀ ਰਜ਼ਾ ਵਿੱਚ ਜੀਵ ਦੁਨੀਆ ਤੇ ਆਉਂਦਾ ਹੈ, ਜਾਂਦਾ ਹੈ। ਪਦਾਰਥਾਂ ਦਾ ਖਾਣਾ ਪੀਣਾ ਵੀ ਪਵਿੱਤਰ ਹੈ, ਮਾੜਾ ਨਹੀਂ, ਕਿਉਂਕਿ
ਪ੍ਰਭੂ ਨੇ ਆਪ ਇਕੱਤਰ ਕਰਕੇ ਉਹ ਰਿਜ਼ਕ ਜਿਹੜਾ ਜੀਵਾਂ ਨੂੰ ਦਿੱਤਾ। ਦਿੱਤੋਨ ਰਿਜ਼ਕ ਸਮਾਏ, ਖਾਣਾ ਪੀਣਾ ਪਵਿੱਤਰ। ਫੈਸਲਾ ਦੇ ਦਿੰਦੇ ਆ ਵੀ ਜਿਨ੍ਹਾਂ ਨੂੰ ਗੁਰਮੁਖ ਸਿਸਟਮ ਦੇ ਤਹਿਤ ਬੰਦਗੀ ਕਰਨ ਦੀ ਸੋਝੀ ਆ, ਉਹਨਾਂ ਨੂੰ ਸੂਤਕ ਲੱਗ ਹੀ ਨਹੀਂ ਸਕਦਾ। ਹੋਰ ਅੱਗੇ ਚੱਲੀਏ। ਵਾਹਿਗੁਰੂ ਅੱਗੇ ਜੀ ਪੌੜੀ। ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਕਹਿੰਦੇ ਉਸ ਸਤਿਗੁਰ ਦੀ ਬੰਦਗੀ ਕਰੋ ਜੋ ਸਰਬ ਕਲਾ ਸਮਰੱਥ ਹੈ। ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਕਰਤਾ ਪੁਰਖ ਬਹੁਤ ਵੱਡਾ ਹੈ, ਬੇਅੰਤ ਹੈ, ਕਿਉਂਕਿ ਉਹਦੇ ਵਿੱਚ ਵੱਡੇ ਗੁਣ ਨੇ। ਉਹਦੀਆਂ ਵਡਿਆਈਆਂ ਬੜੀਆਂ ਉੱਚੀਆਂ ਨੇ। ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸਹਿਭੰਗ, ਬਹੁਤ ਵੱਡੀਆਂ ਵਡਿਆਈਆਂ। ਸੋ ਉਸ ਸਤਿਗੁਰ ਦੀ ਬੰਦਗੀ ਕਰੋ ਜੋ ਸਰਬ ਕਲਾ ਸਮਰੱਥ ਹੈ। ਸਹਿ ਮੇਲੇ ਤਾਂ ਨਦਰੀ ਆਈਆਂ। ਜੇ ਪ੍ਰਭੂ ਦੀ ਰਹਿਮਤ ਹੈ ਤਾਂ ਹੀ ਰੱਬ ਦੇ ਦਰਸ਼ਨ ਹੋ ਸਕਦੇ ਹਨ। ਜਾਂ ਤਿਸ ਭਾਣਾ ਤਾਂ ਮਨ ਵਸਾਈਆਂ। ਜੇ ਪ੍ਰਭੂ ਦਾ ਹੁਕਮ ਹੋਵੇ ਤਾਂ ਹੀ ਸਤਿਗੁਰ ਦਾ ਪ੍ਰਕਾਸ਼ ਮਨ 'ਚ ਹੋ ਸਕਦਾ ਹੈ। ਮਨ ਦੇ ਵਿੱਚ ਮਨੇ ਵਸਾਈਆਂ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬਰਿਆਈਆਂ। ਜੇ ਪ੍ਰਭੂ ਆਪਣੇ ਗੁਰਪ੍ਰਸਾਦ ਨੂੰ ਗੁਰਪ੍ਰਸਾਦ ਕਰਕੇ ਬਖਸ਼ਿਸ਼ ਕਰ ਦੇਵੇ ਤਾਂ ਮਨੁੱਖ ਨੂੰ ਬੁਰਾਈਆਂ ਤੋਂ ਮੁਕਤ ਕਰ ਦਿੰਦਾ, ਬੰਦੇ ਨੂੰ ਬੰਦਾ ਬਣਾ ਦਿੰਦਾ, ਬੁਰਾਈਆਂ ਤੋਂ ਮੁਕਤ ਕਰ ਦਿੰਦਾ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਇਹ ਵੀ ਉਹਦੇ ਗੁਰਪ੍ਰਸਾਦ ਨਾਲ ਹੀ, ਕਰਤੇ ਪੁਰਖ ਦੇ ਗੁਰਪ੍ਰਸਾਦ ਦੇ ਨਾਲ ਹੀ ਸੰਭਵ। ਸਹਿ ਤੁਠੇ ਨੌ ਨਿਧ ਪਾਈ। ਜੇ ਪ੍ਰਭੂ ਅਭਿਆਸੀ ਦੀ ਬੰਦਗੀ ਤੇ ਖੁਸ਼ ਹੈ ਤਾਂ ਪ੍ਰਭੂ ਉਸ ਨੂੰ ਸਭ ਰਿਧੀਆਂ ਸਿੱਧੀਆਂ ਪਦਾਰਥਾਂ ਦੀ ਦਾਤ ਦਿੰਦਾ। 9 ਨਿਧ ਪਾਈਆਂ, 9 ਨਿਧੀਆਂ, 18 ਸਿੱਧੀਆਂ ਪਿੱਛੇ ਲੱਗੀਆਂ ਫਿਰੇ। 9 ਨਿਧੀਆਂ, 18 ਸਿੱਧੀਆਂ ਪਿੱਛੇ ਲੱਗੀਆਂ ਫਿਰੇ, ਜੇ ਨਾਮ ਚਿਤ ਲੱਗੇ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੇ ਸਦਾ ਵਸਾਏ। ਸੌਰੀ, ਮੈਂ ਪਹਿਲਾਂ ਠੀਕ ਨਹੀਂ ਸੀ ਪੜ ਰਿਹਾ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੇ ਸਦਾ ਵਸਾਏ। ਬਿਨ ਸਤਗੁਰ ਨਾਉ ਨ ਪਾਈਐ, ਬੁੱਝੋ ਕਰ ਵਿਚਾਰ। ਨਾਨਕ ਪੂਰੇ ਭਾਗ ਸਤਗੁਰ ਮਿਲੈ, ਸੁਖ ਪਾਏ ਜੁਗ ਚਾਰ। ਇਹ ਵੀ ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਹੈ। ਬ੍ਰਹਮ ਬਿੰਦੇ ਤਿਸ ਦਾ ਬ੍ਰਹਮ ਮਤ ਰਹੈ, ਏਕ ਸ਼ਬਦ ਲਿਵ ਲਾਏ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਇੱਕ ਵਾਰ ਫੇਰ ਇਹਨੂੰ ਸਮਰਾਈਜ਼ ਕਰ ਲਈਏ ਕਿ ਉਸ ਸਤਿਗੁਰ ਦੀ ਬੰਦਗੀ ਕਰੋ ਜੋ ਸਰਬ ਕਲਾ ਸਮਰੱਥ ਹੈ। ਜੇ ਅਕਾਲ ਪੁਰਖ ਦੀ ਰਹਿਮਤ ਹੈ ਤਾਂ ਉਹਦੇ ਦਰਸ਼ਨ ਵੀ ਹੋ ਸਕਦੇ ਹੈ। ਜੇ ਪ੍ਰਭੂ ਦਾ ਹੁਕਮ ਹੋਵੇ ਤਾਂ ਸਤਿਗੁਰ ਦਾ ਪ੍ਰਕਾਸ਼ ਮਨ ਵਿੱਚ ਹੀ ਹੋ ਸਕਦਾ।
ਜੇ ਪ੍ਰਭੂ ਬਖਸ਼ਿਸ਼ ਕਰਦੇ, ਗੁਰ ਪ੍ਰਸਾਦ ਕਰਦੇ ਤੇ ਬੰਦੇ ਨੂੰ ਬੁਰਾਈਆਂ ਤੋਂ ਮੁਕਤ ਕਰ ਦਿੰਦਾ। ਜੇ ਪ੍ਰਭੂ ਬੰਦੇ ਦੀ ਬੰਦਗੀ ਤੇ ਤੁੱਠਾ ਹੋਵੇ ਤੇ ਉਹਨੂੰ ਰਿੱਧੀਆਂ ਸਿੱਧੀਆਂ ਪਦਾਰਥਾਂ ਦੀ ਦਾਤ ਵੀ ਮਿਲਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।